2020 ਦੇ ਵਿੱਚ ਅੰਗਰੇਜ਼ੀ ਟ੍ਰਿਬਿਊਨ 'ਚ ਖਬਰ ਛਪੀ। ਹਰਿਆਣਾ ਸਰਕਾਰ ਦੀ ਕਮੇਟੀ ਸੀ, ਹਰਿਆਣਾ ਅਸੈਂਬਲੀ ਕਮੇਟੀ, ਵੈਲਫੇਅਰ ਆਫ SC ST ਐਂਡ ਬੈਕਵਰਡ ਕਲਾਸਿਸ। ਵੈਲਫੇਅਰ ਆਫ SC ST ਐਂਡ ਬੈਕਵਰਡ ਕਲਾਸਿਸ ਹਰਿਆਣਾ ਅਸੈਂਬਲੀ ਦੀ ਕਮੇਟੀ ਨੇ ਐਡਵੋਕੇਟ ਜਨਰਲ ਤੇ ਹੋਮ ਸੈਕਟਰੀ ਦੀ ਪੂਰੀ ਖਿਚਾਈ ਕੀਤੀ। ਕਿਸ ਗੱਲ ਲਈ? ਕਿ ਐਡਵੋਕੇਟ ਜਨਰਲ ਦੇ ਦਫ਼ਤਰ ਵਿੱਚ AG ਆਫਿਸ ਦੇ ਵਿੱਚ ਲਾ ਆਫਿਸਰ ਦੀਆਂ ਜਿਹੜੀਆਂ ਪੋਸਟਾਂ ਨਿਕਲੀਆਂ ਉਹਦੇ 'ਚ ਰੈਜ਼ਰਵੇਸ਼ਨ ਨੂੰ ਕਿਉਂ ਨਹੀਂ ਲਾਗੂ ਕੀਤਾ ਗਿਆ। ਇਹ ਜਿਹੜਾ ਕੇਸ ਹੈ 18/3/2020 ਨੂੰ ਇਹ ਪੋਸਟਾਂ ਨਿਕਲਦੀਆਂ 4/12/2019 ਨੂੰ ਇਹਨਾਂ ਪੋਸਟਾਂ ਦੇ ਉੱਤੇ ਸੂ ਮੋਟੋ ਲੈਂਦੀ ਆ ਵੈਲਫੇਅਰ ਕਮੇਟੀ, ਜਿਹੜੀ ਹਰਿਆਣਾ ਅਸੈਂਬਲੀ ਦੀ ਵੈਲਫੇਅਰ ਆਫ SC ST ਐਂਡ ਬੈਕਵਰਡ ਕਲਾਸਿਸ। ਹਰਿਆਣੇ 'ਚ ਲਾ ਪੋਸਟਾਂ ਨਿਕਲੀਆਂ, ਲਾ ਪੋਸਟਾਂ ਦੇ ਵਿੱਚ ਰੈਜ਼ਰਵੇਸ਼ਨ ਨਹੀਂ ਸੀ। ਹਰਿਆਣਾ ਸਟੇਟ ਦਾ ਕੇਸ ਹੈ ਔਰ 4/12/2019 ਨੂੰ ਅੱਜ ਤੋਂ 3 ਸਾਲ ਪਹਿਲਾਂ 2.5 ਸਾਲ ਪਹਿਲਾਂ ਹਰਿਆਣਾ ਅਸੈਂਬਲੀ ਦੀ ਇੱਕ ਕਮੇਟੀ ਜਿਹੜੀ ਆ ਸੂ ਮੋਟੋ ਲੈਂਦੀ ਆ ਔਰ AG ਤੇ ਹੋਮ ਸੈਕਟਰੀ ਨੂੰ ਤਲਬ ਕਰ ਲੈਂਦੀ ਆ। AG ਬਲਦੇਵ ਰਾਜ ਮਹਾਜਨ ਸੀ, 16/12 ਨੂੰ ਪੇਸ਼ ਹੋਇਆ। ਉਹਨੇ ਕਿਹਾ ਕਿ AG ਦੀਆਂ ਪੋਸਟਾਂ ਦੇ ਵਿੱਚ ਜਿਹੜੀਆਂ ਲਾ ਆਫਿਸਰ ਦੀਆਂ ਪੋਸਟਾਂ ਆ ਇਹਦੇ 'ਚ ਰੈਜ਼ਰਵੇਸ਼ਨ ਨਹੀਂ ਹੈਗੀ, ਇਹ ਦੇ ਨਹੀਂ ਸਕਦੇ। ਫਿਰ ਇਹ ਕੇਸ 24/12 ਨੂੰ ਚੱਲਿਆ ਔਰ ਅਸੈਂਬਲੀ ਕਮੇਟੀ ਜਿਹੜੀ ਹਰਿਆਣਾ ਅਸੈਂਬਲੀ ਕਮੇਟੀ ਉਹ ਇੰਨੀ ਤਾਕਤਵਰ ਹੈ ਕਿ 4/1/2020 ਨੂੰ ਉਹ ਹਰਿਆਣੇ ਦੇ ਚੀਫ ਮਿਨਿਸਟਰ ਸ਼੍ਰੀ ਮਨੋਹਰ ਲਾਲ ਖੱਟਰ ਨੂੰ ਵੀ ਤਲਬ ਕਰ ਲੈਂਦੀ ਹੈ, ਕਿਉਂਕਿ ਉਹਦੇ ਕੋਲ ਡਿਪਾਰਟਮੈਂਟ ਜਿਹੜਾ ਜਸਟਿਸ ਡਿਪਾਰਟਮੈਂਟ ਉਹਦੇ ਕੋਲ ਸੀ। ਇਹ ਤਾਂ ਹੈ ਹਰਿਆਣੇ ਦੀ ਕਹਾਣੀ। ਹਰਿਆਣੇ ਦੀ ਕਹਾਣੀ ਮੈਨੂੰ ਮੈਂ ਕੱਢੀ ਕਿਉਂ ਯਾਦ ਆਈ ਕਿ ਇਹ ਸੇਮ ਕੇਸ ਪੰਜਾਬ ਦੇ ਵਿੱਚ ਹੋਇਆ 20/12/2019 ਪਬਲਿਸ਼ ਡੇਟ ਹੈ ਜਿਹੜੀ 20/12/2019। ਪੰਜਾਬ ਸਰਕਾਰ 178 ਪੋਸਟਾਂ ਕਾਂਗਰਸ ਦਾ ਰਾਜ ਸੀ ਲਾ ਅਫਸਰਾਂ ਦੀਆਂ ਕੱਢਦੀ ਹੈ। ਇਹਨਾਂ ਹੀ ਲਾ ਅਫਸਰਾਂ ਦੀਆਂ ਪੋਸਟਾਂ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਅੱਗੇ ਪ੍ਰੋਸੀਡ ਕਰਦੀ ਆ ਜਿਹਦੇ 'ਚ ਰੈਜ਼ਰਵੇਸ਼ਨ ਨਹੀਂ ਹੈਗੀ। ਹੁਣ ਆਉਂਦੇ ਆ ਲਾ ਆਫਿਸਰ। ਵਾਟ ਇਜ਼ ਦਾ ਲਾ ਆਫਿਸਰ? ਲਾ ਆਫਿਸਰ ਜਿਹੜਾ ਇਹ ਦਾ ਪੰਜਾਬ ਲਾ ਆਫਿਸਰ ਅੰਗੇਜਮੈਂਟ ਐਕਟ 2017, ਇਸ ਐਕਟ ਦੇ ਅਧੀਨ ਜਿਹੜਾ ਲਾ ਆਫਿਸਰ ਹੈ ਪੰਜਾਬ ਲਾ ਆਫਿਸਰ, ਉਹਦੀ ਹਰ ਚੀਜ਼ ਜਿਹੜੀ ਆ ਇਸ ਐਕਟ ਦੇ ਵਿੱਚ ਸਰਕਾਰ ਨੇ ਵਿਸਥਾਰ ਨਾਲ ਡਿਸਕ੍ਰਾਈਬ ਕੀਤੀ ਆ ਕਿ ਲਾ ਆਫਿਸਰ ਦੇ ਵਿੱਚ ਸੀਨੀਅਰ ਐਡੀਸ਼ਨਲ ਐਡਵੋਕੇਟ ਜਨਰਲ ਹੋਣਗੇ, ਐਡੀਸ਼ਨਲ ਐਡਵੋਕੇਟ ਜਨਰਲ ਹੋਏਗਾ, ਸੀਨੀਅਰ ਡਿਪਟੀ ਐਡਵੋਕੇਟ ਜਨਰਲ ਹੋਏਗਾ, ਡਿਪਟੀ ਐਡਵੋਕੇਟ ਜਨਰਲ ਹੋਏਗਾ, ਅਸਿਸਟੈਂਟ ਐਡਵੋਕੇਟ ਜਨਰਲ ਹੋਏਗਾ ਔਰ ਐਡਵੋਕੇਟ ਔਨ ਰਿਕਾਰਡ। ਔਰ ਇਹਨਾਂ ਦੀ ਜਿਹੜੀ ਅਪੁਆਇੰਟਿੰਗ ਅਥਾਰਟੀ ਆ ਦੀ ਗਵਰਨਮੈਂਟ ਸ਼ੈਲ ਬੀ ਦਾ ਅੰਗੇਜਿੰਗ ਅਥਾਰਟੀ ਫॉर ਦਿਸ ਪੋਸਟ। ਔਰ ਅੱਗੇ ਲਿਖਿਆ ਇਸੇ ਐਕਟ ਦੇ ਵਿੱਚ, ਇਸੇ ਐਕਟ ਦੀ ਜਿਹੜਾ 5ਵਾਂ ਬਿੰਦੂ ਆ ਕਿ ਦੀ ਗਵਰਨਮੈਂਟ ਸ਼ੈਲ ਇਨਵਾਈਟ ਐਪਲੀਕੇਸ਼ਨ ਥਰੂ ਓਪਨ ਐਡਵਰਟਾਈਜ਼ਮੈਂਟ ਫॉर the engagement of the post of law officer। ਇੱਕ ਪਾਸੇ ਕਾਂਗਰਸ ਦੀ ਸਰਕਾਰ ਹੈ, 217 ਦਾ ਐਕਟ ਬਣਦਾ ਆ ਔਰ ਇਸ ਐਕਟ ਦੇ ਵਿੱਚ ਇਹ ਲਿਖਿਆ ਗਿਆ ਕਿ ਨੋ ਰੈਜ਼ਰਵੇਸ਼ਨ। ਇਹਦੇ 'ਚ ਰੈਜ਼ਰਵੇਸ਼ਨ ਕਾਂਗਰਸ ਨੇ 2017 ਫਰਵਰੀ 'ਚ ਸਰਕਾਰ ਬਣੀ ਹੈ ਔਰ ਜਿਹੜਾ ਇਹ ਐਕਟ ਵਾ 17/4/2017 ਨੂੰ ਬਣਦਾ ਹੈ। 17/4/2017, 17 ਅਪ੍ਰੈਲ 2017। ਕਾਂਗਰਸ ਦੇ ਰਾਜ 'ਚ ਰੈਜ਼ਰਵੇਸ਼ਨ ਜਿਹੜੀ ਆ ਇਸ ਐਕਟ 'ਚ ਨਹੀਂ ਦਿੱਤੀ ਗਈ ਔਰ ਕਾਂਗਰਸ ਚਿੱਠੀਆਂ ਕੱਢਦੀ ਆ, ਜਿਹੜੀਆਂ 2 ਚਿੱਠੀਆਂ ਮੈਂ ਗਣਾਈਆਂ, 2/12/2012 ਔਰ 9/12/2021। ਲੇਕਿਨ ਅਗਲੀ ਗੱਲ ਇਹ ਆਉਂਦੀ ਆ ਕਿ ਜਿਹੜੀ ਇਹ ਐਡਵਰਟਾਈਜ਼ਮੈਂਟ ਹੈ ਇਹ ਇਹਨਾਂ ਚਿੱਠੀਆਂ ਤੋਂ 20/12/2019 ਦਾ 20 ਦਸੰਬਰ ਚਿੱਠੀਆਂ 'ਚ ਰਿਜ਼ਰਵੇਸ਼ਨ ਮੰਗਦੇ ਆ, ਜਦੋਂ ਪੋਸਟਾਂ ਕੱਢੀਆਂ ਨੋ ਰੈਜ਼ਰਵੇਸ਼ਨ। ਅਗਲੀ ਕਹਾਣੀ ਕਿ ਇਹਨਾਂ ਚਿੱਠੀਆਂ ਦੇ ਖਿਲਾਫ ਜਿਹੜੀਆਂ 2/12 ਔਰ 9/12 ਜਿਹੜਾ ਮੌਜੂਦਾ ਐਡਵੋਕੇਟ ਜਨਰਲ ਆਮ ਆਦਮੀ ਪਾਰਟੀ ਸਰਕਾਰ ਦਾ 16/4/2022 ਨੂੰ ਇਹਨਾਂ ਚਿੱਠੀਆਂ ਦਾ ਇੱਕ ਉੱਤਰ ਦਿੰਦਾ ਆ ਕਿ ਲਾ ਆਫਿਸਰ ਦੇ ਵਿੱਚ ਜੇਕਰ ਰੈਜ਼ਰਵੇਸ਼ਨ ਹੋਏਗੀ ਤਾਂ ਐਫੀਸ਼ੀਐਂਸੀ ਪ੍ਰਭਾਵਿਤ ਹੋਏਗੀ। ਇਟ ਇਜ਼ ਸਟੇਟਡ so that this communication letter can adversely affect the efficiency of the administration।
ਪ੍ਰਸ਼ਾਸਨ ਦੀ ਕਾਰਜਕੁਸ਼ਲਤਾ ਪ੍ਰਭਾਵਿਤ ਹੋਏਗੀ। ਔਰ ਇਸੇ ਐਫੀਸ਼ੀਐਂਸੀ ਦੀ ਅਗਲੀ ਕੜੀ ਦੇ ਵਿੱਚ ਇਹੀ ਐਡਵੋਕੇਟ ਜਨਰਲ ਆਪਣੀ ਇੱਕ ਵੱਡੀ ਪਟੀਸ਼ਨ 96 ਪੇਜ ਦੀ ਕੋਰਟ ਦੇ ਵਿੱਚ ਦਾਇਰ ਕਰਦਾ, ਹਾਈ ਕੋਰਟ ਦੇ ਵਿੱਚ 17/6/2022, ਅੱਜ ਤੋਂ 25-26 ਦਿਨ ਪਹਿਲਾਂ। ਇਹ ਜਿਹੜਾ ਵਿਵਾਦ ਹੈ ਇਹ ਕਿਉਂ ਦਾਇਰ ਕਰਦਾ ਪਟੀਸ਼ਨ ਕਿ ਇਸੇ ਕੜੀ ਦੇ ਵਿੱਚ ਜਦੋਂ ਇਹ ਪੋਸਟਾਂ ਕੱਢੀਆਂ ਗਈਆਂ, ਰਿਜ਼ਰਵੇਸ਼ਨ ਨਹੀਂ ਦਿੱਤੀ, ਤਾਂ ਨੈਸ਼ਨਲ ਕਮਿਸ਼ਨ ਜਿਹੜਾ ਆ ਸ਼ਡਿਊਲ ਕਾਸਟ, ਉਹ ਚਿੱਠੀ ਜਾਰੀ ਕਰਦਾ ਸਰਕਾਰ ਨੂੰ ਇਸੇ ਸੰਬੰਧ ਦੇ ਵਿੱਚ ਕਿ ਇਹਦੇ 'ਚ ਰਿਜ਼ਰਵੇਸ਼ਨ ਰੱਖੀ ਜਾਵੇ। ਐਡਵੋਕੇਟ ਲਾ ਆਫਿਸਰਾਂ ਦੀਆਂ ਪੋਸਟਾਂ ਦੇ ਵਿੱਚ ਇਹ ਜਿਹੜੀ ਤੁਸੀਂ ਇੰਗੇਜਮੈਂਟ ਵੱਖ-ਵੱਖ ਕੰਟੈਕਟ ਦੇ ਵਿੱਚ ਕਰ ਰਹੇ ਆ, ਇਹਦੇ ਵਿੱਚ ਰਿਜ਼ਰਵੇਸ਼ਨ ਰੱਖੀ ਜਾਵੇ। ਲੇਕਿਨ ਇਸੇ ਪਟੀਸ਼ਨ ਦੇ ਵਿੱਚ ਇੱਕ ਪਾਸੇ ਐਡਵੋਕੇਟ ਜਨਰਲ ਲੈਟਰ ਜਾਰੀ ਕਰਦਾ 17/6/2022, 16/4/2022, ਔਰ ਅਗਲੀ ਕੜੀ 'ਚ 17/6 ਨੂੰ ਪਟੀਸ਼ਨ ਦਾਇਰ ਹੁੰਦੀ ਆ। ਹੁਣ ਲੀਗਲ ਪੱਖ ਤੇ ਸਵਾਲ ਆਉਂਦਾ ਕਿ ਇਹਨਾਂ ਹਾਲਾਤਾਂ ਦੇ ਵਿੱਚ ਸਾਡੇ ਕੋਲ ਰਸਤਾ ਕੀ ਆ। ਨੰਬਰ 1, ਸਾਡੇ ਕੋਲ ਰਸਤਾ ਆ ਪੰਜਾਬ ਸ਼ਡਿਊਲ ਕਾਸਟ ਐਂਡ ਬੈਕਵਰਡ ਕਲਾਸਿਸ ਰਿਜ਼ਰਵੇਸ਼ਨ ਇਨ ਸਰਵਿਸਿਜ਼ ਐਕਟ 2006। ਇਸ ਐਕਟ ਦੇ ਵਿੱਚ 2006 ਦੇ ਐਕਟ ਬਿੰਦੂ ਨੰਬਰ 7 ਤੇ ਇਹ ਗੱਲ ਲਿਖੀ ਆ ਕਿ ਰਿਜ਼ਰਵੇਸ਼ਨ ਸ਼ੈਲ ਬੀ ਐਪਲੀਕੇਬਲ ਟੂ ਦੀ ਵੈਕੈਂਸੀ ਫਿਲਡ ਔਨ ਐਡ ਹੌਕ ਬੇਸਿਸ, short term vacancy, work charge establishment, daily basis staff and staff engaged on contact basis। ਇਹ ਪੰਜਾਬ ਦਾ ਹੀ ਐਕਟ ਵਾ। ਇਹ ਕਹਿੰਦਾ ਆ ਕਿ ਜੇ ਕੰਟੈਕਟ ਬੇਸਿਸ ਦੇ ਉੱਤੇ, ਐਡਹੌਕ ਦੇ ਉੱਤੇ, ਵਰਕ ਚਾਰਜ ਦੇ ਉੱਤੇ, ਡੇਲੀ ਬੇਸ ਦੇ ਉੱਤੇ ਜੇ ਕੋਈ ਸਟਾਫ ਭਰਤੀ ਕੀਤਾ ਜਾਂਦਾ, ਉਹਦੇ 'ਚ ਰਿਜ਼ਰਵੇਸ਼ਨ ਦੇਣੀ ਬਹੁਤ ਲਾਜ਼ਮੀ ਹੈ। ਇਸ ਪੱਤਰ ਦੇ ਮੱਦੇ ਨਜ਼ਰ ਪਿਛਲਾ ਘੱਟੋ ਘੱਟ 25-30 ਦਿਨ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੂਰਾ ਪੰਜਾਬ ਦੇ ਵਿੱਚ ਸ਼ਡਿਊਲ ਕਾਸਟ, OBC, ਸਪੋਰਟਸ ਪਰਸਨ ਔਰ ਵਿਮਨ ਦਾ, ਐਕਸ ਸਰਵਿਸਮੈਨ ਦਾ, ਉਹਨਾਂ ਦੀਆਂ ਭਾਵਨਾਵਾਂ ਦਾ ਘਾਣ ਕੀਤਾ ਗਿਆ, ਜਿਹਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੇ ਹਿਰਦੇ ਜਿਹੜੇ ਬਲੂੰਦਰੇ ਗਏ ਉਹ ਪੰਜਾਬ ਦੀਆਂ ਸ਼ਡਿਊਲ ਕਾਸਟ ਭਾਈਚਾਰਿਆਂ ਦੇ। ਔਰ ਸਰਕਾਰ, ਅੱਜ ਖੁਸ਼ੀ ਦੀ ਗੱਲ ਹੈ, ਪਟੀਸ਼ਨ ਵਾਪਸ ਹੋ ਗਈ ਆ। ਅਸੀਂ ਅੱਜ ਤੋਂ 5 ਦਿਨ ਪਹਿਲਾਂ ਇਹ ਐਲਾਨ ਕੀਤਾ ਸੀ, 10 ਤਰੀਕ ਨੂੰ, 10 ਜੁਲਾਈ ਨੂੰ ਅਸੀਂ ਐਲਾਨ ਕੀਤਾ ਸੀ ਕਿ 15 ਜੁਲਾਈ ਨੂੰ ਬਹੁਜਨ ਸਮਾਜ ਪਾਰਟੀ ਗਵਰਨਰ ਦੇ ਨਾਮ ਪੰਜਾਬ ਦੇ 23 ਜ਼ਿਲ੍ਹਿਆਂ ਵਿੱਚ ਡਿਪਟੀ ਕਮਿਸ਼ਨਰਾਂ ਦੇ ਰਾਹੀਂ ਮੈਮੋਰੰਡਮ ਦੇਗੀ, ਮੰਗ ਪੱਤਰ ਦੇਗੀ। ਔਰ ਇਸੇ ਲੜੀ ਦੇ ਵਿੱਚ ਕੱਲ ਨੂੰ ਬਹੁਜਨ ਸਮਾਜ ਪਾਰਟੀ ਜ਼ਿਲ੍ਹਾ ਪੱਧਰ ਦੇ ਉੱਤੇ ਇਹ ਜਿਹੜੇ ਮੰਗ ਪੱਤਰ ਹੈ ਉਹ ਦੇਣ ਜਾ ਰਹੀ ਹੈ। ਇਹਨਾਂ ਮੰਗ ਪੱਤਰਾਂ ਦੀ ਲੜੀ ਦੇ ਵਿੱਚ, ਇਸ ਮੰਗ ਪੱਤਰ ਦੀ ਲੜੀ 'ਚ ਸਰਕਾਰ ਇੰਨੀ ਆਮ ਆਦਮੀ ਪਾਰਟੀ ਦੀ ਇੰਨੀ ਸੰਵਿਧਾਨ ਵਿਰੋਧੀ ਫੈਸਲੇ ਇੰਨੇ ਸਖਤ ਲੈ ਰਹੀ ਹੈ, ਸੰਵਿਧਾਨ ਵਿਰੋਧੀ, ਉਹਦੇ 'ਚ ਵੀ ਖਾਸ ਤੌਰ ਤੇ ਸ਼ਡਿਊਲ ਕਾਸਟ ਵਿਰੋਧੀ, ਰਿਜ਼ਰਵੇਸ਼ਨ ਵਿਰੋਧੀ। 178 ਪੋਸਟਾਂ 'ਚ ਨੋ ਰਿਜ਼ਰਵੇਸ਼ਨ। ਉੱਪਰੋਂ ਪਟੀਸ਼ਨ ਦਾਇਰ ਕੀਤੀ ਕਿ ਇਹ ਅਨਐਫੀਸ਼ੀਐਂਟ ਲੋਕ ਨੇ, ਇਹਦੇ ਨਾਲ ਐਫੀਸ਼ੀਐਂਸੀ ਪ੍ਰਭਾਵਿਤ ਹੋਏ। ਮਹੱਲਾ ਕਲੀਨਿਕਾਂ ਦੀਆਂ ਪੋਸਟਾਂ ਕੱਢੀਆਂ ਗਈਆਂ, ਕਲੀਨਿਕ ਅਸਿਸਟੈਂਟ 109, ਫਾਰਮਾਸਿਸਟ 109, ਮੈਡੀਕਲ ਅਫਸਰ 231। 11 ਜੁਲਾਈ ਨੂੰ ਇਹ ਨਿਕਲੀ ਆ, ਨੋ ਰਿਜ਼ਰਵੇਸ਼ਨ। ਮਹੱਲਾ ਕਲੀਨਿਕਾਂ 'ਚ ਨੋ ਰਿਜ਼ਰਵੇਸ਼ਨ। ਰਾਸ਼ਟਰੀ ਸਿਹਤ ਮਿਸ਼ਨ ਜਿਹੜਾ ਪੰਜਾਬ ਦੀ ਬ੍ਰਾਂਚ ਹੈ, NHM, ਨੈਸ਼ਨਲ ਹੈਲਥ ਮਿਸ਼ਨ, ਇਹਨਾਂ ਨੇ 84 ਪੋਸਟਾਂ ਸਪੈਸ਼ਲਿਸਟ ਮੈਡੀਕਲ ਅਫਸਰਾਂ ਦੀਆਂ ਕੱਢੀਆਂ, ਨੋ ਰਿਜ਼ਰਵੇਸ਼ਨ। ਅਧਿਆਪਕਾਂ ਦੀਆਂ 6635 ਪੋਸਟਾਂ ਕੱਢੀਆਂ, 6635। ਉਹਨਾਂ ਦੀ ਭਰਤੀ ਦੀ ਮੈਰਿਟ ਲਿਸਟ ਜਾਰੀ ਹੋਈ ਹੈ, ਨੋ ਰਿਜ਼ਰਵੇਸ਼ਨ। ਔਰ ਪਿਛਲੇ ਕੱਲ ਤੋਂ SCBC ਜਿਹੜੇ ਮੁਲਾਜ਼ਮ ਨੇ ਪੂਰੇ ਪੰਜਾਬ ਦੇ, ਉਹ ਵੀ ਅੰਦੋਲਨ ਕਰ ਰਹੇ ਨੇ ਕਿ 6635 ਜਿਹੜੀਆਂ ਪੋਸਟਾਂ ਨਿਕਲੀਆਂ, ਮੈਰਿਟ ਜਾਰੀ ਹੋਈ, ਉਹਦੇ 'ਚ ਕਿਸੇ ਕੈਟਾਗਰੀ ਦੀ ਕੋਈ ਜਿਹੜੀ ਉਹਦੀ ਕੈਟਾਗਰੀ ਵਾਈਜ਼ ਮੈਰਿਟ ਲਿਸਟ ਜਾਰੀ ਕਿਉਂ ਨਹੀਂ ਕੀਤੀ? ਰਿਜ਼ਰਵ ਕੈਟਾਗਰੀ ਭਾਈਚਾਰਿਆਂ ਦਾ ਹੱਕ ਜਿਹੜਾ SCBC ਦਾ, ਐਕਸ ਸਰਵਿਸਮੈਨ ਦਾ, ਸਪੋਰਟਸ ਪਰਸਨ ਦਾ, ਇਹ ਹੱਕ ਮਾਰੇ ਗਏ ਆ। ਹੋਰ ਧੱਕਾ ਕੀਤਾ, ਅੱਜ ਤੋਂ 1.5 ਮਹੀਨਾ ਪਹਿਲਾਂ ਪੰਜਾਬ ਪੁਲਿਸ ਦੀ ਭਰਤੀ ਦੀ ਮੈਰਿਟ ਜਾਰੀ ਹੋਈ। 153 ਪੋਸਟਾਂ ਜਿਹੜੀਆਂ ਸ਼ਡਿਊਲ ਕਾਸਟ ਦਾ ਨੌਜਵਾਨ ਮੈਰਿਟ ਵਿੱਚ ਆਇਆ ਸੀ,
ਇਸੇ ਹੀ ਐਕਟ ਦੇ ਵਿੱਚ ਇਹ ਕਿਹਾ ਗਿਆ ਆ, ਜਿਹੜਾ ਮੈਂ ਐਕਟ 2006 ਦਿਖਾ ਰਿਹਾ, ਜਿਹੜੇ ਮੈਰਿਟ ਵਿੱਚ ਸਟੂਡੈਂਟ ਆਉਣਗੇ ਉਹਨਾਂ ਨੂੰ ਓਪਨ ਕੋਟੇ ਦੇ ਵਿੱਚ ਸਟੱਡੀ ਕੀਤਾ, ਉਹਨਾਂ ਨੂੰ ਕੰਸੀਡਰ ਕੀਤਾ ਜਾਏਗਾ। ਲੇਕਿਨ ਆਮ ਆਦਮੀ ਪਾਰਟੀ ਦੀ ਸਰਕਾਰ ਨੇ 153 ਦੇ 153 ਜਿਹੜੇ ਸਾਡੇ ਸ਼ਡਿਊਲ ਕਾਸਟ ਭਾਈਚਾਰਿਆਂ ਦੇ ਬੱਚੇ ਸੀ ਉਹਨਾਂ ਨੂੰ ਚੁੱਕ ਕੇ ਰਿਜ਼ਰਵ ਨੁਕਤਿਆਂ ਦੇ ਉੱਤੇ ਭਰਤੀ ਕੀਤਾ ਗਿਆ। ਇੱਥੋਂ ਤੱਕ ਕਿ ਜਦੋਂ ਵਿਧਾਨ ਸਭਾ ਦਾ ਸੈਸ਼ਨ ਚੱਲ ਰਿਹਾ ਸੀ, ਵਿਧਾਨ ਸਭਾ ਦੇ ਅੰਦਰ ਵੀ ਬਹੁਜਨ ਸਮਾਜ ਪਾਰਟੀ ਦੇ ਐਮਐਲਏ ਡਾਕਟਰ ਨਛੱਤਰਪਾਲ ਜੀ ਨੇ 85ਵੀਂ ਸੋਧ ਦਾ ਮੁੱਦਾ ਚੁੱਕਿਆ, ਸਪੀਕਰ ਨੇ ਨਾ ਕਰਤੀ। ਓਬੀਸੀ ਦਾ ਮੁੱਦਾ ਚੁੱਕਿਆ, ਮੰਡਲ ਕਮਿਸ਼ਨ ਦਾ, ਸਪੀਕਰ ਨੇ ਨਾ ਕਰਤੀ। ਗਵਰਨਰ ਦੇ ਭਾਸ਼ਣ ਦੇ ਨਾਲ ਉਹ ਮੱਦਾਂ ਜੋੜਨੀਆਂ ਸੀ ਹਰ ਮੱਦੇ ਦੇ ਉੱਤੇ। ਇੱਥੋਂ ਤੱਕ ਕਿ 37,000 ਮੁਲਾਜ਼ਮ ਪੱਕੇ ਕਰਨੇ, 37,000 ਮੁਲਾਜ਼ਮ ਪੱਕੇ ਕਰਨੇ ਸੀ। ਔਰ ਉਹਦੇ ਵਿੱਚ ਸ਼ਡਿਊਲ ਕਾਸਟ ਓਬੀਸੀ ਦਾ ਬੈਕਲੌਗ ਜਿਹੜਾ ਉਹ ਪੂਰਾ ਕੀਤਾ ਜਾਣਾ ਸੀ, ਉਹਦੇ ਤੇ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਨਾ ਕਰ ਦਿੱਤੀ ਆ। ਪੰਚਾਇਤੀ ਜ਼ਮੀਨਾਂ ਦਾ 1/3 ਮਾਮਲਾ ਸ਼ਡਿਊਲ ਕਾਸਟਾਂ ਦਾ, ਉਹਦੇ ਤੇ ਵੀ ਜਿਹੜਾ ਹੈਗਾ ਆਮ ਆਦਮੀ ਪਾਰਟੀ ਦੀ ਸਰਕਾਰ ਮੁੱਕਰ ਗਈ। ਅੱਜ ਦੇ ਦਿਨ ਇਹਨਾਂ ਸਾਰੇ ਮੁੱਦਿਆਂ ਦੇ ਉੱਤੇ ਅਸੀਂ 15 ਜੁਲਾਈ ਕੱਲ ਸਵੇਰੇ 10 ਵਜੇ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਅੱਗੇ ਪੂਰੇ ਜ਼ਿਲ੍ਹਾ 23 ਜ਼ਿਲ੍ਹਾ ਹੈੱਡਕੁਆਟਰਾਂ ਤੇ ਪਹਿਲੀ ਲੜੀ ਦਾ ਪ੍ਰੋਗਰਾਮ ਅਸੀਂ ਇਹ ਡਿਪਟੀ ਕਮਿਸ਼ਨਰ ਨੂੰ ਮੈਮੋਰੈਂਡਮ ਦੇਣ ਜਾ ਰਹੇ ਹਾਂ। ਔਰ ਆਮ ਆਦਮੀ ਪਾਰਟੀ ਦੀ ਸਰਕਾਰ ਛਾਤਰ ਵੀ ਆ, ਸ਼ੈਤਾਨ ਵੀ ਆ। ਜਦੋਂ ਉਹਨੂੰ ਇਹ ਲੱਗਿਆ ਕਿ ਪੂਰੇ ਪੰਜਾਬ ਦੇ ਵਿੱਚ ਅਨੁਸੂਚਿਤ ਜਾਤੀ ਭਾਈਚਾਰੇ ਇੱਕ ਵੱਡੀ ਆਵਾਜ਼ ਦੇ ਵਿੱਚ ਹੈ, ਅੱਜ ਉਹਨਾਂ ਨੇ ਹਾਈ ਕੋਰਟ ਤੋਂ ਪਟੀਸ਼ਨ ਵਾਪਸ ਲੈ ਲਈ ਆ। ਔਰ ਇਹਨੂੰ ਇਦਾਂ ਕਿਹਾ ਜਾਵੇ ਕਿ ਆਮ ਆਦਮੀ ਪਾਰਟੀ ਥੁੱਕ ਕੇ ਚੱਟਣ 'ਚ ਬਹੁਤ ਮਾਹਰ ਹੈ। ਥੁੱਕ ਕੇ ਚੱਟਣ 'ਚ ਜਗਾੜੂ ਰੇੜੀਆਂ ਤੇ ਇਹਨਾਂ ਨੇ ਬਿਆਨ ਲਾਇਆ ਸੀ। ਏਡੀਜੀਪੀ ਇਹਨਾਂ ਦੇ ਅਪ੍ਰੈਲ 18 ਨੂੰ ਪੱਤਰ ਕੱਢਿਆ ਔਰ 24 ਅਪ੍ਰੈਲ ਨੂੰ, ਇੱਕ ਹਫ਼ਤੇ ਬਾਅਦ, 6 ਦਿਨਾਂ ਬਾਅਦ ਇਹ ਪੱਤਰ ਵਾਪਸ ਲੈ ਲਿਆ। ਆਮ ਆਦਮੀ ਪਾਰਟੀ ਥੁੱਕ ਕੇ ਚੱਟਣ 'ਚ ਬੜਾ ਯਕੀਨ ਰੱਖਦੀ ਹੈ। ਜਿੰਨੇ ਫੈਸਲੇ ਹੋਏ, ਕਾਲਜ ਔਰ ਯੂਨੀਵਰਸਿਟੀਆਂ ਦਾ ਪੇ ਪੈਟੀ ਦਾ ਮਾਮਲਾ ਸੀ, ਉਹ ਅੱਜ ਤੱਕ ਇਹਨਾਂ ਦੇ ਲਟਕਿਆ ਪਿਆ ਹੈ। ਪੰਜਾਬ ਗੌਰਮੈਂਟ ਦੇ ਵਿੱਚ 424 ਪੰਜਾਬ ਸਰਕਾਰ ਨੇ BIP 424 ਦੀ ਸਿਕਿਉਰਿਟੀ ਵਾਪਸ ਲੈ ਲਈ, ਲੇਕਿਨ ਜਦੋਂ ਹਾਈ ਕੋਰਟ ਨੇ ਖਿਚਾਈ ਕੀਤੀ ਤਾਂ ਜੂਨ 7 ਨੂੰ ਉਹ ਸਾਰਿਆਂ ਨੂੰ ਵਾਪਸ ਕੀਤੀ, ਥੋਕੇ ਚੱਟ ਲਿਆ। ਸਿੱਧੂ ਮੂਸੇਵਾਲੇ ਦਾ ਕੇਸ ਹੋਇਆ, ਪੰਜਾਬ ਸਰਕਾਰ ਨੇ ਉਹਦੇ ਖਿਲਾਫ ਜਿਹੜਾ DGP ਨੇ ਬਿਆਨ ਦਿੱਤਾ, ਸਵੇਰ ਨੂੰ ਥੋਕੇ ਚੱਟ ਲਿਆ। ਅੱਜ ਇਹਨਾਂ ਨੇ ਅਨਐਫੀਸ਼ੀਐਂਟ ਦੱਸਿਆ ਪੂਰੇ ਅਨੁਸੂਚਿਤ ਜਾਤੀ ਸਮਾਜ ਨੂੰ, ਪੂਰੇ SC BC ਵਰਗਾਂ ਨੂੰ। ਅੱਜ ਉਹਨਾਂ ਦੇ ਪੂਰੇ 26-27 ਦਿਨ ਬਾਅਦ ਅੱਜ ਉਹ ਵੀ ਪਟੀਸ਼ਨ ਵਾਪਸ ਲੈ ਲਈ, ਥੋਕੇ ਚੱਟ ਲਿਆ। ਔਰ ਆਮ ਆਦਮੀ ਪਾਰਟੀ ਦੀ ਸਰਕਾਰ ਜੀ, ਸਾਡੀ ਤੁਹਾਡੇ ਅੱਗੇ ਬੇਨਤੀ ਹੈ, ਅਪੀਲ ਹੈ ਸਾਡੀ ਕਿ ਭਾਰਤ ਦਾ ਸੰਵਿਧਾਨ ਹੈ, ਸੰਵਿਧਾਨ ਦੇ ਵਿੱਚ ਸ਼ਡਿਊਲ ਕਾਸਟਾਂ ਦੇ, OBC ਜਮਾਤਾਂ ਦੇ ਔਰ ਜਿਹੜੇ ਵੀਕਰ ਸੈਕਸ਼ਨ ਨੇ ਉਹਨਾਂ ਦੇ ਕੁਝ ਕੰਸਟੀਟਿਊਸ਼ਨਲ ਰਾਈਟ ਨੇ। ਜੇਕਰ ਤੁਸੀਂ ਉਹਨਾਂ ਹੱਕਾਂ ਅਧਿਕਾਰਾਂ ਦੇ ਉੱਤੇ ਡਾਕਾ ਮਾਰੋਗੇ, ਬਹੁਜਨ ਸਮਾਜ ਪਾਰਟੀ ਇਹਨੂੰ ਬਰਦਾਸ਼ਤ ਨਹੀਂ ਕਰੇਗੀ, ਚੁੱਪ ਨਹੀਂ ਬੈਠੇਗੀ। ਅਸੀਂ ਕੱਲ ਪਹਿਲੀ ਲੜੀ ਦਾ ਪ੍ਰੋਗਰਾਮ कर रहे हैं और ये लड़ियां आगे जारी रहेंगियां। DNN हिंदी को सब्सक्राइब करने के लिए दबाएं लाल रंग का सब्सक्राइब बटन और घंटी का बटन दबाकर ऑल नोटिफिकेशन पर क्लिक करें। चैनल को जिंदा रखने के लिए नीले रंग का ज्वाइन बटन दबाकर चैनल को आर्थिक सहयोग करें।